ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੈ। ਆਪ ਜੀ ਅੰਮ੍ਰਿਤ ਵੇਲੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜੁੜੇ ਹੋ। ਅੱਜ ਆਪਾਂ ਧੰਨ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਜਿੱਥੇ ਰੋਜ਼ ਰੱਬੀ ਬਾਣੀ ਦੇ ਜਾਪ ਹੁੰਦੇ ਆ, ਨਾਲ ਸਤਿਗੁਰਾਂ ਦੇ ਪਾਵਨ ਜੀਵਨ ਦੀ ਲੜੀਵਾਰ ਕਥਾ ਵਿਚਾਰ ਕਰ ਰਹੇ ਸਾਂ। ਸੋ ਅੱਜ 16ਵਾਂ ਦਿਨ ਆ ਵਿਚਾਰ ਦਾ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ ਅਖੀਰਲਾ ਪ੍ਰਸੰਗ ਅੱਜ ਆਪਾਂ ਵਿਚਾਰਨ ਦਾ ਯਤਨ ਕਰਾਂਗੇ, ਜਿਹਦੇ ਵਿੱਚ ਸੰਗਤਾਂ ਦਾ ਦਿੱਲੀ ਆਉਣਾ ਤੇ ਨਾਲ ਧੰਨ ਗੁਰੂ ਪਾਤਸ਼ਾਹ ਜੀ ਦੀ ਭਾਲ ਕਰਨੀ। ਇਹ ਵਿਚਾਰ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ। ਗੁਰੂ ਜੀ ਮਿਹਰ ਕਰਨ ਆਪ ਹੀ ਰਸਨਾ ਤੇ ਵਸ ਕੇ ਵਡਿਆਈਆਂ ਬਖਸ਼ੀ ਕਰਦੇ ਹਨ। ਰਸਨਾ ਪਵਿੱਤਰ ਕਰੋ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਨੀਆ ਦਾ ਭਲਾ ਕਰਦਿਆਂ ਹੋਇਆ ਜੋਤ ਨੌਵੇਂ ਪਾਤਸ਼ਾਹ ਜੀ ਦੇ ਵਿੱਚ ਟਿਕਾ ਕੇ ਭਾਵ ਸੰਗਤਾਂ ਨੂੰ ਇਹ ਬਚਨ ਕਰਕੇ ਕਿ ਬਾਬਾ ਬਕਾਲੇ ਨੌਵੇਂ ਗੁਰੂ ਪਾਤਸ਼ਾਹ ਬਾਬੇ ਬਕਾਲੇ ਦੀ ਧਰਤੀ 'ਤੇ ਹੈ, ਇੱਦਾਂ ਕਹਿ ਕੇ ਸੱਚਖੰਡ ਚਲੇ ਗਏ। ਮਗਰੋਂ ਗੁਰਮਰਿਆਦਾ ਅਨੁਸਾਰ ਸੰਸਕਾਰ ਕੀਤਾ ਗਿਆ। ਪਿਛਲੀ ਮਰਿਆਦਾ ਸਾਰੀ ਨਿਭਾਈ ਗਈ। ਹੁਣ ਸਾਧ ਸੰਗਤ ਜੀ ਕਾਫੀ ਸਮਾਂ ਇੱਥੇ ਫਿਰ ਬੀਤਿਆ। ਰਾਜਾ ਜੈ ਸਿੰਘ ਵੀ ਆਉਂਦਾ ਆ, ਮਾਤਾ ਜੀ ਨੂੰ ਮਿਲਿਆ, ਵਿਚਾਰਾਂ ਕੀਤੀਆਂ। ਫਿਰ ਮਾਤਾ ਜੀ ਤੋਂ ਵਿਦਾ ਲੈ ਕੇ ਆਪਣੇ ਵਾਪਸ ਚਲਿਆ ਗਿਆ ਘਰ ਨੂੰ। ਮਾਤਾ ਜੀ ਨੇ ਬੜੀਆਂ ਅਸੀਸਾਂ ਦੇ ਕੇ ਤੋਰਿਆ। ਹੁਣ ਕਾਫੀ ਦਿਨ ਜਦੋਂ ਬੀਤ ਗਏ, ਫਿਰ ਮਾਤਾ ਜੀ ਨੇ ਵੀ ਮਨ ਬਣਾ ਲਿਆ ਕਿ ਹੁਣ ਦਿੱਲੀ ਤੋਂ ਕੀਰਤਪੁਰ ਸਾਹਿਬ ਚਲੇ ਜਾਣ। ਹੁਣ ਜਦੋਂ ਗੁਰੂ ਸਾਹਿਬ ਹੈ ਨਹੀਂ ਇੱਥੇ ਤੇ ਇੱਥੇ ਰੁਕ ਕੇ ਕੀ ਕਰਾਂਗੇ। ਹੁਣ ਮਾਤਾ ਜੀ ਦਾ ਮਨ ਸੀ ਕਿ ਕੀਰਤਪੁਰ ਸਾਹਿਬ ਦਿੱਲੀ ਤੋਂ ਵਾਪਸ ਚਲੇ ਜਾਈਏ, ਮਨ ਬਣਾ ਲਿਆ। ਧੰਨ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਬੇਸ਼ੱਕ ਗੁਰੂ ਹਰਕ੍ਰਿਸ਼ਨ ਮਹਾਰਾਜ ਜੀ ਸੱਚਖੰਡ ਪਿਆਨਾ ਕਰ ਗਏ, ਪਰ ਜਿਹੜੀਆਂ ਦੂਰ ਦੀਆਂ ਸੰਗਤਾਂ ਨੇ ਉਹਨਾਂ ਨੂੰ ਇਸ ਗੱਲ ਦੇ ਸੂਹ ਨਹੀਂ ਹੈ, ਅਜੇ ਪਤਾ ਨਹੀਂ ਲੱਗਾ। ਇਸ ਕਰਕੇ ਉਹ ਦੂਰੋਂ ਚੱਲ ਕੇ ਦਿੱਲੀ ਆਉਂਦੇ ਆ ਬੜੇ ਚਾਅ ਲੈ ਕੇ, ਪਰ ਜਦੋਂ ਇੱਥੇ ਪਹੁੰਚਦੇ ਤੇ ਮਹਾਰਾਜ ਦੇ ਦਰਸ਼ਨ ਕੋਈ ਨਹੀਂ ਹੁੰਦੇ। ਚਾਅ ਲੈ ਕੇ ਆਉਂਦੇ ਨੇ, ਦਰਸ਼ਨ ਹੁੰਦੇ ਨਹੀਂ। ਫਿਰ ਮਨ ਵਿੱਚ ਸੋਚਦੇ ਕਿ ਕਿੰਨੇ ਚਾਅ ਦੇ ਨਾਲ ਆਏ ਸਾਂ, ਮਹਾਰਾਜ ਦੇ ਦਰਸ਼ਨ ਕਰਾਂਗੇ, ਸਤਿਗੁਰੂ ਦੇ ਬਚਨ ਸੁਣਾਂਗੇ, ਸਾਡਾ ਤੇ ਜੀਵਨ ਧਨਤਾ ਜੋਗ ਹੋ ਜਾਏਗਾ ਜਦੋਂ ਗੁਰੂ ਸਾਹਿਬ ਦੇ ਅਸੀਂ ਦਰਸ਼ਨ ਕਰ ਲਵਾਂਗੇ। ਜਿਹਨੂੰ ਮਹਾਰਾਜ ਦੇ ਦਰਸ਼ਨ ਹੋ ਜਾਂਦੇ ਆ ਉਹ ਤਰ ਜਾਂਦਾ ਭਵ ਸਾਗਰ ਤੋਂ। ਇੱਦਾਂ ਬੜੇ ਚਾਅ ਬੜੇ ਖਿਆਲ ਲੈ ਕੇ ਸੰਗਤਾਂ ਜਦੋਂ ਦਿੱਲੀ ਆਉਂਦੀਆਂ ਭੇਟਾਵਾਂ ਲੈ ਕੇ, ਪਰ ਇੱਥੇ ਸਤਿਗੁਰੂ ਮਿਲਦੇ ਕੋਈ ਨਹੀਂ। ਫਿਰ ਆਪਸ ਵਿੱਚ ਇਹ ਗੱਲ ਕਰਦੇ ਆ ਕਿ ਭਾਗਾ ਤੋਂ ਬਿਨਾਂ ਗੁਰੂ ਜੀ ਦੇ ਦਰਸ਼ਨ ਨਹੀਂ ਹੁੰਦੇ। ਭਾਵੇਂ ਕੋਈ ਜਿੰਨਾ ਵੀ ਜ਼ੋਰ ਲਾ ਲਵੇ, ਜਿੰਨਾ ਮਰਜ਼ੀ ਕੋਈ ਜ਼ੋਰ ਲਾ ਲਵੇ, ਭਾਗਾ ਤੋਂ ਬਿਨਾਂ ਗੁਰੂ ਸਾਹਿਬ ਦੇ ਦੀਦਾਰ ਨਹੀਂ ਹੁੰਦੇ। ਸੋ ਮਹਾਰਾਜ ਸੱਚੇ ਪਾਤਸ਼ਾਹ ਸੱਚਖੰਡ ਚਲੇ ਗਏ ਨੇ। ਹੁਣ ਕਿਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਲੜ ਲਾ ਕੇ ਗਏ। ਜਦੋਂ ਪਤਾ ਲੱਗਦਾ ਕਿ ਨੌਵੇਂ ਪਾਤਸ਼ਾਹ ਬਾਬੇ ਬਕਾਲੇ ਦੀ ਧਰਤੀ 'ਤੇ ਲੱਭਣਾ ਪੈਣਾ ਗੁਰੂ ਸਾਹਿਬ ਨੂੰ, ਤੇ ਕਈ ਤੇ ਸਾਧ ਸੰਗਤ ਜੀ ਹਜ਼ਾਰਾਂ ਦੀ ਗਿਣਤੀ ਵਿੱਚ ਬਾਬੇ ਬਕਾਲੇ ਵੱਲ ਨੂੰ ਚੱਲ ਪਏ ਨੇ ਦਿੱਲੀ ਤੋਂ, ਜਿਨ੍ਹਾਂ ਦਾ ਮਨ ਬਹੁਤਾ ਵੈਰਾਗਿਆ ਹੋਇਆ ਸੀ। ਤੇ ਕਈ ਸੰਗਤਾਂ ਕਈ ਗੁਰਸਿੱਖ ਜਿਹੜੇ ਨੇ ਦਿੱਲੀ ਤੋਂ ਵਾਪਸ ਆਪਣੇ ਘਰਾਂ ਨੂੰ ਤੁਰੇ ਜਾਂਦੇ ਕਿ ਜਦੋਂ ਮਹਾਰਾਜ ਪ੍ਰਗਟ ਹੋ ਜਾਣਗੇ ਫਿਰ ਕਿਤੇ ਸਮਾਂ ਮਿਲੇਗਾ ਤੇ ਗੁਰੂ ਮਹਾਰਾਜ ਦੇ ਦੀਦਾਰ ਕਰ ਲਵਾਂਗੇ ਜਾ ਕੇ, ਹੁਣ ਆਪਣੇ ਘਰ ਚੱਲੀਏ। ਕੁਝ ਬਾਬੇ ਬਕਾਲੇ ਦੀ ਧਰਤੀ ਨੂੰ ਜਾਂਦੇ ਆ, ਕੁਝ ਆਪਣੇ ਘਰਾਂ ਨੂੰ ਜਾਂਦੇ ਆ। ਤੇ ਕਈ ਸਾਧ ਸੰਗਤ ਜੀ ਮਨ ਵਿੱਚ ਸੋਚਦੇ ਕਿ ਭੇਟਾ ਕਿੱਥੇ ਰੱਖੀਏ, ਜਿਹੜੀ ਆ ਭੇਟਾ ਮਹਾਰਾਜ ਦੇ ਵਾਸਤੇ ਲੈ ਕੇ ਆਏ ਸਾਂ ਚਾਅ ਦੇ ਨਾਲ, ਇਹ ਕਿੱਥੇ ਕੀ ਕਰੀਏ।
फिर मन बनाते वो भेटा किसी को देंदे नहीं, वापस लै जाते, वापस लै जाते। जेकर कोई खाण पीण वाली वस्तु है तो सूझवान सिख जिहड़े ने संगतां विच वरता देंदे। ज़्यादातर वो भेटा से अपने वापस ले जाते कि जदों महाराज प्रगट हो जाणगे फिर गुरु साहब नूं भेटा कर देवांगे। सो इदां साध संगत जी सतगुरु महाराज किरपा करन, संगतां रोंदियां भी ने, वैराग भी करदियां, दिल्ली विच आउंदियां ने, पर जदों महाराज दे दर्शन नहीं हुंदे वैराग दे विच उदां ही उदास ही चेहरा लैके वापस चले जाते, आउंदे बड़े चाअ दे नाल। हुण महाराज सच्चे पातशाह जी किरपा करन, इधर साध संगत जी मसंदां दा भी रौला पै गया। जिवें गुरु साहब ने बचन किया सी कि बाबा बकाले साहब की धरती के उपर 22 मंजियां भाव 22 गुरु बन के उस समय बह गए। 22 गुरु बन के बह गए तो बैठे किदां ने? एक तो सी बाबा धीरमल जी, हुण वो तो रिश्ते दे विच गुरु हरकृष्ण महाराज के बाबे ही लगदे सी, ते गुरु तेग बहादुर महाराज भी बाबे ही सन। पर गुरु तेग बहादुर महाराज सच्चे पातशाह पहलां दे उत्थे रह रहे सी, ते धीरमल उदों आया जदों गुरु हरकृष्ण महाराज ने आख्या कि 9वें गुरु तुहानूं बाबे बकाले मिलणगे। ये उदों गया, बाकी भी उदों ही आए, बाद विच आए। हुण महाराज सच्चे पातशाह जी किरपा करन, साध संगत जी कुछ बंदे कुछ मसंद इन्हां ने खरीद ले, उन्हां नूं माया दे दित्ती कि जिहड़ी भी संगत आवे गुरु नूं लभण वास्ते उन्हां नूं साडे वल लैके आउणा। हर कोई इदां मसंद तैयार करी बैठा है जी। फिर उन्हां नाल गल्लां करदे ने कई कि सानूं माया की लोड़ नहीं, जे संगत माया लियाएगी अद्धी सानूं दे दिओ, अद्धी तुसीं रख लिया करो, मसंदां नूं कहिंदे। ते जे तुहानूं लगे सारी रखनी भावें तुसीं सारी लै जाया करो, बस संगत नूं साडे कोल लै आयो। पता सी कि संगत आएगी तो कुछ ना कुछ तो सानूं बचना ही बचना। इदां संगतां नूं भरमाउण वास्ते मसंद खरीद लए सन, मसंद खरीदे गए। हुण सोढियां दे कुल दे विचों बहुते जिहड़े उत्थे मंजियां डाह के बह गए। हुण साध संगत जी भरमां विच संगतां नूं पाउंदे ने, संगत नूं भरम दे विच पाउंदे आ। जिवें ही संगत उत्ते आउंदे एक दूजे वाल खिੱਚਦੇ आ ते मसंद कहंदे हंकारे गए। उन्हां नूं हंकार आ गया मन विच, काहदा कि गुरु साहब दी कुल दे जिन्ने भी सोढे वंश दे ने सारे ही साडे करके साडे तरले करदे आ कि साडे कोल लिआओ, संगत नूं साडे कोल लिआओ। इदां मन विच हंकार होण लग पिया कि असीं जिहनूं चाहिए गुरु बना सकदे आ। जेकर कोई गुरु बनिया होया साडी गल नहीं मन्नेगा, असीं संगत नूं उहदे नाल तोड़ के दूजे पासे जोड़ देवांगे। मन विच हंकार आ गया कि असीं कर सकदे आ, असीं गुरु बना भी सकदे आ, तो असीं गुरता गद्दी तो ला भी सकते हैं चाहिए तो। जिहड़ा कल्ला कहरा बैठेगा मंजा डाह के, उहदे वल किहने जाना, उहनूं किहने पुछना है। सारी संगत असीं उधर लै जावांगे जिधर साडी ज़्यादा आओ भगत होवेगी, जिधर साडा ज़्यादा कोई सत्कार करेगा असीं उहनूं गुरु बनावांगे। हुण गुरता गद्दी नूं समझदे कुछ नहीं कि असल विच गुरु है कि गुरु हुंदा की है। पर साध संगत जी जदों किते कोई करनी वाला सिख आउंदा है, नाम वाला बंदगी वाला सिख आउंदा है, वो जदों किसी नूं मिलदा है तो उहदी तसल्ली नहीं हुंदी। पता लग जांदा है गल्लां तो पता लग जांदा है कि गुरु है कि नहीं। मन नूं वो टिका नहीं मिलदा, भटकना मन जिहड़ा आ भटकदा आ, अजे भी टिकदा नहीं एक जगह, तो शांति नहीं मिलती। जिहड़ी शांति धन गुरु साहब जी के दर्शन दीदार करके मिलती है मन नूं। हुण महाराज किरपा करन, जिवें जिवें साध संगत जी इत्थे रौला पैंदा जांदा, जिवें जिवें समा लंघदा संगतां विच भाल होर वधदी जांदी है कि असली गुरु है कौन। हुण किहनूं मन्नीए, सारे तो गुरु ने समझ नहीं पै रही। तो बहुते जिहड़े विचारे इदां दे सन जिथे वेखदे कि इहदे कोल माया ज़्यादा आ, इहदे कोल संगत ज़्यादा आ, इहदे कोल शक्तियां ज़्यादा होणीਆਂ ने, तां ये संगत इधर ज़्यादा ही गुरु होना आ। इहदा भरम विच पै के उधर नूं चले जांदी है, ते मसंद भी रौला पा के उधर लै जांदे।
ਇੱਦਾਂ ਸਮਾਂ ਜਿਉਂ-ਜਿਉਂ ਲੰਘਦਾ ਇਹ ਮਸੰਦ ਆਪਣੇ ਆਪਣੇ ਢੰਗ ਦੇ ਨਾਲ ਸੰਗਤਾਂ ਨੂੰ ਇੱਕ ਦੂਜੇ ਵਾਲੇ ਪਾਸੇ ਖਿੱਚ ਕੇ ਲੈ ਜਾਂਦੇ ਨੇ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਾਤਾ ਨਾਨਕੀ ਜੀ ਨੇ ਬੇਨਤੀ ਕੀਤੀ ਹੈ ਕਿ ਅਸਲ ਵਿੱਚ ਤੁਸੀਂ ਨੌਵੇਂ ਪਾਤਸ਼ਾਹ ਹੋ, ਤੁਸੀਂ ਕਿਉਂ ਨਹੀਂ ਪ੍ਰਗਟ ਹੁੰਦੇ? ਸਾਰੇ ਸੋਢੀ ਕੁਲ ਦੇ ਜਿਹੜੇ ਨੇ ਜਾਂ ਬਾਹਰਲੇ ਜਿਹੜੇ ਨੇ ਉਹ ਮੰਜੀਆਂ ਡਾਹ ਕੇ ਬਹਿ ਗਏ। ਹਰ ਕੋਈ ਮਸੰਦਾਂ ਨੂੰ ਤੋਰ ਰਿਹਾ, ਇਸ ਪ੍ਰੇਰਨਾ ਦੇ ਰਿਹਾ ਕਿ ਤੁਸੀਂ ਸੰਗਤ ਨੂੰ ਇੱਥੇ ਲੈ ਕੇ ਆਓ, ਤੁਸੀਂ ਕਿਉਂ ਨਹੀਂ ਕੁਝ ਕਰਦੇ? ਗੁਰੂ ਤੇਗ ਬਹਾਦਰ ਮਹਾਰਾਜ ਸੁਣ ਲੈਂਦੇ ਆ, ਕੰਨਾਂ ਨਾਲ ਹੀ ਸੁਣ ਲੈਂਦੇ, ਪਰ ਬੋਲਦੇ ਨਹੀਂ, ਕੁਝ ਵੀ ਜਵਾਬ ਨਹੀਂ ਦਿੰਦੇ ਮਾਤਾ ਜੀ ਨੂੰ ਇਸ ਗੱਲ ਦਾ, ਕੋਈ ਵੀ ਚੁੱਪ ਕਰ ਜਾਂਦੇ। ਸਤਿਗੁਰੂ ਪਾਤਸ਼ਾਹ ਇੱਕ ਰਸ ਟਿਕਾ ਦੇ ਵਿੱਚ ਉੱਥੇ ਭਜਨ ਕਰਦੇ, ਬਾਹਰ ਨਿਕਲ ਜਾਂਦੇ, ਦੁਨੀਆ ਵਿੱਚ ਵਿਚਰਦੇ ਵੀ, ਇਹ ਨਹੀਂ ਕਿ ਉੱਥੇ ਬੈਠੇ ਰਹਿੰਦੇ ਸਨ। ਮਹਾਰਾਜ ਸੱਚੇ ਪਾਤਸ਼ਾਹ ਬਾਹਰ ਜਾਂਦੇ, ਕਿਵੇਂ ਦੁਨੀਆ ਨੂੰ ਤਾਰਨਾ ਹੈ ਆਪਣੇ ਤਰੀਕੇ ਨਾਲ ਉਸ ਸਮੇਂ ਕਰਦੇ ਸਨ, ਉੱਥੇ ਹੀ ਵਾਪਸ ਆ ਜਾਂਦੇ। ਹੁਣ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਮਿਹਰ ਕਰਨ, ਗੁਰੂ ਸਾਹਿਬ ਆਪਣੇ ਆਪ ਨੂੰ ਜਣਾਉਂਦੇ ਨਹੀਂ। ਬੇਸ਼ੱਕ ਬੜੀਆਂ ਸ਼ਕਤੀਆਂ, ਬੜੀਆਂ ਕਰਾਮਾਤਾਂ, ਸਾਰਾ ਕੁਝ ਗੁਰੂ ਸਾਹਿਬ ਦੇ ਹੱਥ ਵਾਸੇ ਆ। ਇਹ ਵੀ ਪਤਾ ਹੈ ਕਿ ਅਗਲੇ ਗੁਰੂ ਅਸੀਂ ਆ, ਪਰ ਮਹਾਰਾਜ ਸੱਚੇ ਪਾਤਸ਼ਾਹ ਵੇਖਦੇ ਆ ਸਾਰਾ ਕੁਝ, ਜੋ ਵੀ ਵਰਤਾਰਾ ਵਰਤ ਰਹੇ, ਕਿ ਸਿੱਖ ਸੰਗਤ ਜਿਹੜੀ ਹੈ ਉਹ ਕਿੰਨਾ ਕੁ ਭਰਮ ਵਿੱਚ ਪੈਂਦੀ ਹੈ, ਕਿੰਨਾ ਕੁ ਕਿਸੇ ਨੂੰ ਇੱਦਾਂ ਹੀ ਗੁਰੂ ਮੰਨ ਬਹਿੰਦੀ ਹੈ। ਮਹਾਰਾਜ ਸਾਰਾ ਕੁਝ ਵੇਖ ਰਹੇ ਸੀ। ਹੁਣ ਸਤਿਗੁਰੂ ਪਾਤਸ਼ਾਹ ਜੀ ਕਿਰਪਾ ਕਰਨ, ਜਿਵੇਂ ਕਲਗੀਧਰ ਪਾਤਸ਼ਾਹ ਜੀ ਨੇ ਵੀ ਇੱਦਾਂ ਕਈ ਵਾਰੀ ਸਿੱਖਾਂ ਨੂੰ ਵੇਖਣਾ, ਸਿੰਘਾਂ ਨੂੰ ਵੇਖਣਾ ਕਿ ਇਹ ਜਿਹੜੀਆਂ ਅਸੀਂ ਗੱਲਾਂ ਦੱਸਦੇ ਆ ਯਾਦ ਵੀ ਰੱਖਦੇ ਕਿ ਭੁੱਲ ਜਾਂਦੇ ਆ ਬਹੁਤੇ। ਮਹਾਰਾਜ ਇੱਕ ਦਿਨ ਸੁਖਮਨੀ ਸਾਹਿਬ ਦਾ ਜਾਪ ਇੱਦਾਂ ਹੀ ਗੁਪਤੀ ਕਰ ਰਹੇ ਸੀ, ਬੋਲ ਨਹੀਂ ਰਹੇ ਸੀ, ਘੋੜੇ 'ਤੇ ਜਾਂਦੇ, ਉਤਰ ਗਏ ਹੇਠਾਂ, ਸੁਖਮਨੀ ਸਾਹਿਬ ਦਾ ਪਾਠ ਭੋਗ ਪੈ ਗਿਆ ਅਤੇ ਇੱਦਾਂ ਮਹਾਰਾਜ ਨੇ ਫਤਿਹ ਬੁਲਾਈ ਮਨ ਵਿੱਚ ਹੀ। ਉਹ ਰੱਬ ਵੱਲੋਂ ਹੀ ਸਾਹਮਣੇ ਜਿੱਧਰ ਕਬਰਾਂ ਸੀ ਉੱਧਰ ਨੂੰ ਮਹਾਰਾਜ ਦਾ ਸੀਸ ਹੋ ਗਿਆ, ਅਤੇ ਸਿੰਘਾਂ ਨੇ ਵੇਖਿਆ ਕਿ ਮਹਾਰਾਜ ਸੱਚੇ ਪਾਤਸ਼ਾਹ ਨੇ ਕਬਰਾਂ ਨੂੰ ਮੱਥਾ ਟੇਕਤਾ। ਅਤੇ ਇਹ ਸਤਿਗੁਰੂ ਤਾਂ ਕਹਿੰਦੇ ਨੇ ਜਿਹੜਾ ਇੱਦਾਂ ਪੱਥਰਾਂ ਨੂੰ ਪੂਜੇਗਾ, ਕਬਰਾਂ ਨੂੰ ਮੱਥੇ ਟੇਕੇਗਾ, ਉਹ ਤਨਖਾਹੀਆ ਹੋਏਗਾ, ਭਾਵ ਉਹ ਗੁਰੂ ਦਾ ਦੇਣਦਾਰ ਹੋ ਜਾਏਗਾ, ਉਹਨੂੰ ਤਨਖਾਹ ਲੱਗੇਗੀ ਗੁਰੂ ਵੱਲੋਂ। ਅਤੇ ਗੁਰੂ ਸਾਹਿਬ ਨੇ ਖੁਦ ਇੱਦਾਂ ਕਰ ਦਿੱਤਾ। ਮਹਾਰਾਜ ਨੂੰ ਆਖਣ ਲੱਗੇ, ਪਾਤਸ਼ਾਹ ਜੀ ਇਹ ਕੀ ਭਾਣਾ? ਸਤਿਗੁਰੂ ਤੁਸੀਂ ਤਾਂ ਕਹਿੰਦੇ ਸੀ ਕਬਰਾਂ ਨੂੰ ਮੱਥਾ ਨਹੀਂ ਟੇਕਣਾ, ਤਨਖਾਹੀਆ ਹੋਏਗਾ ਜਿਹੜਾ ਇੱਦਾਂ ਕਰੇਗਾ। ਪਾਤਸ਼ਾਹ ਜੀ ਆਪ ਹੀ ਖੁਦ ਹੀ ਮਹਾਰਾਜ ਕਹਿੰਦੇ, ਸਿੰਘੋ ਤਨਖਾਹ ਲਾ ਦਿਓ। ਜਿਵੇਂ ਇਤਿਹਾਸ ਦੱਸਦਾ, ਕਹਿੰਦੇ 25,000 ਉਸ ਸਮੇਂ ਦਾ ਮਹਾਰਾਜ ਨੂੰ ਆਖਿਆ ਗਿਆ। ਫਿਰ ਸਿੰਘਾਂ ਨੇ ਆਖਿਆ ਗੁਰੂ ਸਾਹਿਬ ਤੇ ਸਮਰੱਥ ਨੇ 25,000 ਮਹਾਰਾਜ ਨੇ ਤੇ ਦੇ ਦੇਣਾ, ਪਰ ਜੇ ਕੱਲ੍ਹ ਨੂੰ ਸਾਡੇ ਤੋਂ ਕੋਈ ਭੁੱਲ ਹੋ ਗਏ ਅਸੀਂ ਕਿੱਥੋਂ ਦੇਵਾਂਗੇ? ਕਹਿਣ ਲੱਗੇ ਮਹਾਰਾਜ 25 ਨਹੀਂ, ਤੁਸੀਂ ਤੁਹਾਡਾ ਜੋ ਮਨ ਕਰਦਾ ਤੁਸੀਂ ਉਹ ਤਨਖਾਹ ਆਪਣੇ ਆਪ ਨੂੰ ਲਾ ਲਓ, ਕਿਉਂਕਿ ਮਹਾਰਾਜ ਕਹਿੰਦੇ ਸੀ ਮਰਿਆਦਾ ਸਾਰਿਆਂ ਲਈ ਇੱਕ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਕੋਈ ਬਹੁਤਾ ਭਜਨ ਬੰਦਗੀ ਵਾਲਾ ਉਹਦੇ ਲਈ ਮਰਿਆਦਾ ਕੋਈ ਹੋਰ ਹੋਵੇਗੀ, ਸਭ ਲਈ। ਕਿਉਂਕਿ ਗੁਰੂ ਸਾਹਿਬ ਜੇ ਸਾਨੂੰ ਕਹਿੰਦੇ ਸੀ ਨਾ, ਆਪ ਵੀ ਕਰਦੇ ਸੀ। ਜੇ ਮਹਾਰਾਜ ਕਹਿੰਦੇ ਸੀ ਨਾ ਕਿ ਇਸ ਪਾਸੇ ਤੁਰਨਾ, ਤੇ ਆਪ ਵੀ ਤੁਰ ਕੇ ਵਿਖਾਉਂਦੇ ਸੀ। ਇਹ ਨਹੀਂ ਕਿ ਸਿੱਖ ਕੱਲ੍ਹ ਨੂੰ ਕਹਿ ਦੇਵੇ ਮਹਾਰਾਜ ਇੰਨਾ ਔਖਾ ਰਾਹ ਆ, ਅਸੀਂ ਕਿਵੇਂ ਤੁਰਾਂਗੇ ਇੱਥੇ, ਅਸੀਂ ਆਹ ਰਾਹ 'ਤੇ ਕਿਵੇਂ ਤੁਰਾਂਗੇ? ਮਹਾਰਾਜ ਨੇ ਚੱਲ ਚੱਲ ਵਿਖਾਇਆ, ਇੱਦਾਂ ਤੁਰਨਾ ਆ। ਜੇ ਦੁੱਖ ਆ ਗਿਆ ਤਾਂ ਇੱਦਾਂ ਖੁਸ਼ ਰਹਿਣਾ ਆ, ਦੁੱਖ ਦੇ ਘੜੀ ਦੇ ਵਿੱਚ ਵੀ। ਉਹ ਸਾਰਾ ਕੁਝ ਆਪਣੇ ਆਪ 'ਤੇ ਖੁਦ 'ਤੇ ਹੰਢਾ ਕੇ ਫਿਰ ਪੂਰਨੇ ਪਾਏ। ਕਈ ਤਾਂ ਹੁੰਦਾ ਨਾ ਕਿ ਲਿਖ ਕੇ ਦੇ ਜਾਂਦੇ ਆ ਕਿ ਇੱਦਾਂ ਇੱਦਾਂ ਕਰੀ, ਜਾਂ ਬੋਲ ਦਿੰਦੇ ਆ ਆਹ ਕਰਿਆ ਕਰੀ। ਮਹਾਰਾਜ ਨੇ ਕਰਕੇ ਵੀ ਵਿਖਾ ਦਿੱਤਾ ਖੁਦ, ਕਿ ਸਿੱਖ ਕਵੇ ਨਾ ਮਹਾਰਾਜ ਤੁਸੀਂ ਜੋ ਬਚਨ ਕੀਤਾ ਸਮਝ ਨਹੀਂ ਆਉਂਦੇ, ਕਿਵੇਂ ਕਰੀਏ? ਮਹਾਰਾਜ ਨੇ ਬਚਨ ਮੁੱਖ ਰਾਹੀਂ ਵੀ ਕੀਤੇ, ਲਿਖ ਕੇ ਵੀ ਦੇ ਦਿੱਤੇ ਹੈ। ਅਤੇ ਫਿਰ ਗੁਰੂ ਸਾਹਿਬ ਨੇ ਇੱਥੋਂ ਤੱਕ ਕਿਰਪਾ ਕੀਤੀ, ਆਪ ਖੁਦ ਪ੍ਰੈਕਟੀਕਲੀ ਵੀ ਕਰਕੇ ਸਾਨੂੰ ਵਿਖਾ ਦਿੱਤਾ ਹੈ। ਮਹਾਰਾਜ ਕਹਿੰਦੇ ਹੋਰ ਵੀ ਤੇਰੇ ਲਈ ਸੌਖਾ ਹੋ ਜਾਵੇਗਾ, ਹੋਰ ਵੀ। ਹੁਣ ਸਾਧ ਸੰਗਤ ਜੀ ਕਹਿੰਦੇ ਨੇ, ਸਿੰਘਾਂ ਨੇ ਉਸ ਵੇਲੇ ਮਹਾਰਾਜ ਨੂੰ ਆਖਿਆ, ਪਾਤਸ਼ਾਹ ਜੀ ਤਨਖਾਹ ਲੱਗੇਗੀ। ਮਹਾਰਾਜ ਨੇ ਆਖ ਦਿੱਤਾ। ਪਾਤਸ਼ਾਹ ਕਹਿਣ ਲੱਗੇ, ਫਿਰ ਸਿੰਘਾਂ ਨੇ ਇਹ ਵੀ ਸਵਾਲ ਕੀਤਾ, ਮਹਾਰਾਜ ਤੁਸੀਂ ਤਾਂ ਭੁੱਲ ਨਹੀਂ ਕਰ ਸਕਦੇ, ਸਾਨੂੰ ਪਤਾ ਹੈ। ਮਹਾਰਾਜ ਤੁਹਾਡੀ ਕੋਈ ਲੀਲਾ ਹੋਵੇਗੀ ਦੱਸੋ। ਅਤੇ ਗੁਰੂ ਸਾਹਿਬ ਕਹਿਣ ਲੱਗੇ, ਬਸ ਸਿੰਘੋ ਅਸੀਂ ਵੇਖਣਾ ਚਾਹੁੰਦੇ ਸੀ ਤੁਹਾਨੂੰ ਕੋਈ ਯਾਦ ਵੀ ਹੈਗਾ ਕਿ ਨਹੀਂ। ਅਸੀਂ ਇਹ ਵੇਖਣਾ ਸੀ ਕਿ ਕੱਲ੍ਹ ਨੂੰ ਕੋਈ ਤਗੜਾ ਗੁਰਸਿੱਖ ਬੜੇ ਜਿਹਦੇ ਕੋਲ ਮਾਇਆ ਹੋਵੇ, ਧਨ ਦੌਲਤ ਹੋਵੇ,
ਕੱਲ੍ਹ ਨੂੰ ਉਹ ਕਿਤੇ ਇੱਦਾਂ ਦੀ ਕੋਈ ਗਲਤੀ ਕਰਦਾ ਅੰਮ੍ਰਿਤ ਛਕ ਕੇ, ਤੇ ਤੁਸੀਂ ਉਹਨੂੰ ਕੋਈ ਤਨਖਾਹ ਲਾ ਸਕਦੇ ਕਿ ਨਹੀਂ? ਮਹਾਰਾਜ ਕਹਿੰਦੇ ਸਾਨੂੰ ਇਹ ਹੁਣ ਪੱਕਾ ਹੋ ਗਿਆ, ਜੇਕਰ ਤੁਸੀਂ ਗੁਰੂ ਨੂੰ ਤਨਖਾਹ ਲਾ ਸਕਦੇ ਹੋ ਨਾ। ਤੇ ਮਹਾਰਾਜ ਕਹਿੰਦੇ ਹੁਣ ਕੋਈ ਵੀ ਮੰਤਰੀ ਸੰਤਰੀ ਆ ਜੇ, ਜਿੱਡਾ ਮਰਜ਼ੀ ਸਿੰਘ ਉਹਨੂੰ ਤਨਖਾਹੀਆ ਕਰਾਰ ਦੇ ਦੇਣਗੇ। ਪਰ ਅਸਲ ਵਿੱਚ ਮਹਾਰਾਜ ਨੂੰ ਕਹਿਣ ਲੱਗੇ ਪਾਤਸ਼ਾਹ ਤੁਸੀਂ ਇੱਦਾਂ ਕਰ ਨਹੀਂ ਸਕਦੇ। ਮਹਾਰਾਜ ਕਿਵੇਂ ਹੋਇਆ ਕੀ ਹੈ ਦੱਸੋ? ਪਾਤਸ਼ਾਹ ਜੀ ਕਹਿਣ ਲੱਗੇ ਅਸਲ ਵਿੱਚ ਸਿੰਘੋ, ਅਸੀਂ ਸੁਖਮਨੀ ਸਾਹਿਬ ਦਾ ਪਾਠ ਆਰੰਭ ਕੀਤਾ ਹੋਇਆ ਸੀ, ਮਨ ਵਿੱਚ ਹੀ ਉਹਦਾ ਭੋਗ ਪਿਆ, ਤੇ ਅਸੀਂ ਤੇ ਸੁਰਤ ਦੇ ਨਾਲ ਹੀ ਮੱਥਾ ਟੇਕ ਰਹੇ ਸਾਂ ਅਕਾਲ ਪੁਰਖ ਦੇ ਅੱਗੇ। ਸਾਨੂੰ ਨਹੀਂ ਪਤਾ ਸਾਹਮਣੇ ਕਬਰਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਪਰ ਇਹਦੇ ਵਿੱਚ ਤੁਹਾਡੀ ਵੀ ਪਰਖ ਹੋ ਗਈ ਹੈ। ਇੱਦਾਂ ਹੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਵੀ ਕੋਈ ਲੀਲਾ ਸੀ। ਉਦੋਂ ਗੁਰੂ ਸਾਹਿਬ ਪ੍ਰਗਟ ਨਹੀਂ ਸੀ ਹੁੰਦੇ, ਸਤਿਗੁਰੂ ਦੇ ਰੰਗ ਸਨ ਸਾਰੇ, ਤੇ ਉਹ ਕਿਹੜਿਆਂ ਰੰਗਾਂ ਦੇ ਵਿੱਚ ਰਾਜੀ ਹੈ ਜਾਂ ਉਹਦੀਆਂ ਰਮਜਾਂ ਕੀ ਨੇ ਉਹ ਸਮਝਣੀਆਂ ਸਾਧ ਸੰਗਤ ਜੀ ਕੋਈ ਭਜਨ ਬੰਦਗੀ ਵਾਲਾ ਹੀ ਸਮਝ ਸਕਦਾ ਕਿ ਉਹਦੀ ਰਮਜ ਕੀ ਹੈ, ਉਹਦਾ ਇਸ਼ਾਰਾ ਕਿਹੋ ਜਿਹਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਵੇਖ ਰਹੇ ਸਨ ਕਿ ਕਿਵੇਂ ਉਹ ਪਖੰਡਵਾਦ ਜਿਹੜਾ ਸਤਿਗੁਰਾਂ ਦੇ ਅੱਖਾਂ ਸਾਹਮਣੇ ਚੱਲ ਰਿਹਾ ਸੀ। ਹਰ ਕੋਈ ਗੁਰੂ ਬਣ ਬਣ ਕੇ ਉੱਥੇ ਬਹਿ ਰਿਹਾ ਸੀ, ਪਰ ਗੁਰੂ ਸਾਹਿਬ ਮਾਤਾ ਜੀ ਦੇ ਕਹਿਣ ਦੇ ਬਾਵਜੂਦ ਵੀ ਕੁਝ ਵੀ ਸਾਧ ਸੰਗਤ ਜੀ ਬੋਲਦੇ ਨਹੀਂ। ਉਸੇ ਤਰ੍ਹਾਂ ਹੀ ਇੱਕ ਰਸ ਅਕਾਲ ਪੁਰਖ ਦੇ ਚਰਨਾਂ ਵਿੱਚ ਸੁਰਤ ਜੋੜੀ ਰੱਖਦੇ। ਸੋ ਇੱਦਾਂ ਇਹ ਰਾਸ ਜਿਹੜੀ ਹੈ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਪਾਵਨ ਜੀਵਨ ਦੀ ਵਿਚਾਰ ਇੱਥੇ ਸਮਾਪਤ ਹੋਈ ਹੈ। ਗੁਰਸਿੱਖ ਵੱਲੋਂ ਸੇਵਾ ਹੋਈ ਹੈ ਪੋਥੀ ਦੀ, ਨੌਵੇਂ ਪਾਤਸ਼ਾਹ ਜੀ ਦੇ ਜੀਵਨ ਦੀ ਪਹਿਲੀ ਪੋਥੀ ਜਿਹੜੀ ਪਹਿਲਾ ਭਾਗ ਆ ਉਹ ਸੇਵਾ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਆਪਣੇ ਸੇਵਕਾਂ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪਣੇ ਚਰਨਾਂ ਦੀ ਸੇਵਾ ਲੈਣ, ਇਹ ਸੇਵਾ ਥਾਏ ਪਾਉਣ। ਪਹਿਲੀ ਪੋਥੀ ਜਿਹੜੀ ਆ ਕੱਲ੍ਹ ਨੂੰ ਆਪਾਂ ਵਿਚਾਰ ਆਰੰਭ ਕਰਾਂਗੇ, ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ ਪਵਿੱਤਰ ਜੀਵਨ। ਫਿਰ ਜਿਵੇਂ ਜਿਵੇਂ ਸਮਾਂ ਆਏਗਾ ਵਿਚਾਰ ਕਰਕੇ ਆਪਾਂ ਉਹਦੇ ਵਿੱਚੋਂ ਕੁਝ ਸਿੱਖਣ ਦਾ ਜਾਂ ਕੁਝ ਸਮਝਣ ਦਾ ਯਤਨ ਕਰਾਂਗੇ ਕਿ ਆਪਣਾ ਜੀਵਨ ਜਿਹੜਾ ਆ ਕਿਵੇਂ ਸੁਧਾਰਨਾ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਜੀਵਨ ਦੇ ਵਿੱਚੋਂ ਅਨੇਕਾਂ ਸਿੱਖਿਆਵਾਂ ਮਿਲਦੀਆਂ। ਹੁਣ ਜੇ ਕਹੀਏ ਕਿ ਨਹੀਂ ਐਵੇਂ ਇਤਿਹਾਸ ਵਿਚਾਰੀ ਜਾਣਾ, ਕਥਾ ਕਰੀ ਜਾਣੀ, ਸੁਣੀ ਜਾਣੀ, ਉਹਦਾ ਕੀ ਲਾਭ ਆ? ਅਸਲ ਵਿੱਚ ਸਾਧ ਸੰਗਤ ਜੀ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਨ੍ਹਾਂ ਦੇ ਅਸੀਂ ਲੜ ਲੱਗੇ ਆ ਉਹਨਾਂ ਦਾ ਜੀਵਨ ਕਿੱਥੇ ਕਿੱਥੇ ਕਿਵੇਂ ਕਿਵੇਂ ਵਿਚਰੇ। ਗੁਰੂ ਸਾਹਿਬ ਜਿਨ੍ਹਾਂ ਨੇ ਸਾਨੂੰ ਇਸ ਭਵਜਲ ਤੋਂ ਤਾਰਨਾ ਆ, ਉਹਨਾਂ ਨੇ ਉਸ ਸਮੇਂ ਕਿਵੇਂ ਸਿੱਖਾਂ ਨੂੰ ਤਾਰਿਆ ਜਿਹੜੇ ਅੱਜ ਵੀ ਤਾਰ ਰਹੇ ਨੇ। ਉਹ ਸਮਾਂ ਕਿਹੋ ਜਿਹਾ ਸੀ? ਸੰਗਤਾਂ ਦਾ ਕਿਵੇਂ ਮਹਾਰਾਜ ਸੱਚੇ ਪਾਤਸ਼ਾਹ ਭਲਾ ਕਰਦੇ ਸਨ, ਕਿਵੇਂ ਸਤਿਗੁਰੂ ਖੁਦ ਆਪ ਦੁਨੀਆ ਵਿੱਚ ਵਿਚਰਦੇ ਸੀ, ਸਾਰਾ ਕੁਝ ਸਾਨੂੰ ਵੀ ਪਤਾ ਹੋਣਾ ਚਾਹੀਦਾ।